तिलंग घर दूजा महला पंजवा। तुद बिन दूजा नाही कोए, तू करतार करहि सो होए। तेरा जोर तेरी मन टेक, सदा सदा जप नानक एक। तुद बिन दूजा नाही कोए, तू करतार करहि सो होए। तेरा जोर तेरी मन टेक, सदा सदा जप नानक एक। सब ऊपर पार ब्रह्म दातार, तेरी टेक तेरा आधार। रहाओ सब ऊपर पार ब्रह्म दातार, तेरी टेक तेरा आधार। वाहिगुरु जी का खालसा वाहिगुरु जी की फतेह। गुरु रूप गुरु की साजी नवाजी, गुरु स्वरूप गुरु खालसा सत संगत जी। बाणी दे बोए थो, शहीदां दे सरताज, शांति दे पुंज, दीन दुनिया दे मालक धन गुरु अर्जन दे सच्चे पातशाह ने साडे ते कृपा कीती है। वो कहंदे गुरमुखा जने खने दे अगे सिर ना झुका, केवल ते केवल एक दा होना कर। जदों असीं इतिहास नूं खुल के पढ़ते हाँ ते इतिहासकारां ने एक लफ्ज लिखिया है अंग्रेजी विच, गुरु नानक एज ए रेवोल्यूशनर और रिफॉर्मर। गुरु नानक क्रांतिकारी ने जां सुधारक ने। असीं विशाल दिल हो के वेखीए ते गुरु नानक पातशाह क्रांतिकारी ते सुधारक भी हैं। क्रांति के को दरख्तां की पूजा करी जाता है, को पानी की पूजा करी जाता है, कोई अग नूं रब करके पूजदा है। लेकिन सतगुरु पातशाह कहते भी गुरमुख इन्हां नूं जो पैदा करन वाला उहदे नाल जुड़ो। एक क्रांति सुधार दीन दुनिया के मालक धन गुरु नानक पातशाह मक्के गए, उथों के सेवादार भाई जिउण नूं जदों इतिहास नूं घुखदे ते प्रतीत हुंदा भी पंजाब दा रहण वाला सी। सतगुरु पातशाह बराजे ने जिउण नूं गुस्सा आया, कहण लगा की गल है तुसीं बेपरवाह हो करके अल्लाह दे घर विच अल्लाह दे घर नूं पैर करके सुते हो। आपां तां काहले पै जाने आ, लेकिन गुरु विच जरन शक्ति बड़ी है। कहंदे भले पुरशा रात नूं आया, तू इउं कर तेरे दिल नूं सट वजी है, जेड़े पासे वाल खुदा नहीं तू साडे उस पासे वाल पैर कर दे। उथे भाई गुरदास जी लिखते ने, टंगों पकड़ घसीटिया फिरिया मक्का कला दिखारी, होए हैरान करेन जोहारी। जोहारी तू पाव हैरान होकर के पूजा कर लग पे। इहदा किते गलत अर्थ ना करना
ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਮਹਾਨ ਪਾਵਨ ਪਵਿੱਤਰ ਸਥਾਨ ਦੇ ਸਤਿਕਾਰ ਵਿੱਚ ਕੋਈ ਫਰਕ ਪਾਇਆ ਹੈ? ਬਿਲਕੁਲ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸੰਕੇਤ ਦਿੱਤਾ, ਜਿਉਣ ਉਹ ਖੁਦਾ ਹਰ ਥਾਂ ਤੇ ਵਿਆਪਕ ਹੈ। ਕਿਹੜੀ ਦਾ ਜਗ੍ਹਾ ਹੈ ਜਿੱਥੇ ਪ੍ਰਮਾਤਮਾ ਨੇ, ਔਰ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਦੱਖਣ ਦੇਸ ਹਰੀ ਕਾ ਬਾਸਾ, ਪਛਮ ਅੱਲੋ ਮਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮਕਾਮਾ। ਕਿਸੇ ਨੇ ਰੱਬ ਨੂੰ ਦੱਖਣ ਵਾਲੀ ਬਾਹੀ ਨੂੰ ਮੰਨ ਲਿਆ, ਕਿਸੇ ਨੇ ਪੂਰਬ ਵਾਲੇ ਪਾਸੇ ਨੂੰ ਮੰਨ ਲਿਆ, ਕਿਸੇ ਨੇ ਪੱਛਮ ਵਾਲੇ ਪਾਸੇ ਨੂੰ ਮੰਨ ਲਿਆ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਕਿਤੇ ਆਪਣੇ ਅੰਦਰੋਂ ਵੀ ਪੜਤਾਲ ਕਰ, ਉਹ ਤੇਰੇ ਅੰਦਰ ਬੈਠਾ ਹੈ। ਇਸ ਪੱਖ ਨੂੰ ਧੰਨ ਗੁਰੂ ਪੰਚਮ ਪਾਤਸ਼ਾਹ ਨੇ ਅੱਜ ਦੇ ਹੁਕਮਨਾਮੇ ਵਿੱਚ ਖੁਲਾਸੇ ਦੇ ਸਹਿਤ ਬਿਆਨ ਕੀਤਾ ਹੈ, ਜਿਵੇਂ ਹਜ਼ੂਰ ਰਹਿਮਤ ਕਰਦੇ ਨੇ। ਸਰਵਣ ਕਰੋ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਤਲਾਂਗ ਰਾਗ ਵਿੱਚ ਪੰਚਮ ਪਾਤਸ਼ਾਹ ਦੂਜੇ ਕਰ ਸੁਰਤਾਲ ਵਿੱਚ ਇਹ ਸ਼ਬਦ ਉਚਾਰਦੇ ਹਨ। ਮਹੱਲਾ ਪੰਜਵਾ। ਗੁਰਮੁਖੋ, ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ, ਤੇ ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ, ਮੈਂ ਇਸ ਨੁਕਤੇ ਤੇ ਜ਼ੋਰ ਦੇਣਾ, ਬਾਣੀ ਨੂੰ ਚਿੱਥਿਆ ਕਰੋ, ਵਿਚਾਰਿਆ ਕਰੋ। ਆਪਾਂ ਅੱਖਰਾਂ ਦੀ ਗਿਣਤੀ ਨਾ ਕਰਿਆ ਕਰੀਏ। ਤੁਸੀਂ ਮੇਰੀ ਨਿੱਕੀ ਜਿਹੀ ਬੇਨਤੀ ਵੱਲ ਧਿਆਨ ਧਰਨਾ। ਜਿੰਨੇ ਗੁਰਦੁਆਰੇ ਸਾਹਿਬ ਨੇ, ਆਪਾਂ ਉੱਥੇ ਸਤਨਾਮ ਵਾਹਿਗੁਰੂ ਲਿਖਿਆ ਹੈ, ਮਾੜੀ ਗੱਲ ਨਹੀਂ, ਗੁਰਮਤਿ ਹੈ। ਲੇਕਿਨ ਅਸੀਂ ਆਪਣੇ ਧਰਮ ਦੇ ਪ੍ਰਤੀ ਇੰਨੇ ਅਵੇਸਲੇ ਹਾਂ, ਇੰਨੇ ਬੇਪਰਵਾਹ ਹੈ। ਸਤਨਾਮ ਤਾਂ ਲਿਖਿਆ ਮਿਲੇਗਾ, ਪਰ ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾ ਤੇ ਮਮਾ ਔਂਕੜ ਹੁੰਦਾ ਹੀ ਨਹੀਂ। ਮੈਂ ਜਦੋਂ ਵੀ ਕਿਤੇ ਕਥਾ ਕਰਨ ਜਾਣਾ, ਤੇ ਸਭ ਤੋਂ ਪਹਿਲਾਂ ਮੈਂ ਵੇਖਦਾ ਤੇ ਉਹਨਾਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਕਹਿੰਦੇ ਪ੍ਰਚਾਰ ਨਹੀਂ ਹੁੰਦਾ। ਚਲੋ, ਇਹ ਤਾਂ ਸਾਡੀ ਕਮਜ਼ੋਰੀ ਵੀ ਅਸੀਂ ਪ੍ਰਚਾਰ ਨਹੀਂ ਕਰਦੇ, ਪਰ ਸਤਨਾਮ ਤਾਂ ਤੁਹਾਨੂੰ ਵੀ ਪਤਾ ਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ 'ਚ ਸੱਸਾ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਕੰਨਾ ਤੇ ਮੰਮਾ ਨਹੀਂ। ਧਿਆਨ ਦਿਆ ਜੇ, ਸਾਦੀ ਜੀ ਗੱਲ ਹੈ। ਮੰਮੇ ਦੇ ਥੱਲੇ ਔਂਕੜ ਹੈ। ਅਗਰ ਮੰਮੇ ਦੇ ਥੱਲੇ ਔਂਕੜ ਨਹੀਂ ਲੱਗਦਾ ਤੇ ਇਹਦਾ ਅਰਥ ਨਹੀਂ ਜੇ ਬਣਨਾ। ਸੱਤ ਮੰਮੇ ਦੇ ਥੱਲੇ ਔਂਕੜ ਦਾ ਭਾਵ ਹੈ ਇੱਕ ਵਾਹਿਗੁਰੂ ਹੀ ਸੱਤ ਹੈ, ਬਾਕੀ ਸਾਰਾ ਕੁਝ ਝੂਠ ਹੈ। ਤੇ ਜੇ ਔਂਕੜ ਨਾ ਲੱਗਾ ਤੇ ਗੱਲ ਨਹੀਂ ਜੀ ਬਣਨੀ, ਅਰਥ ਨਹੀਂ ਜੋੜੇ। ਇਹ ਮੇਰੇ ਅੰਦਰ ਖਿਆਲ ਤਾਂ ਆਇਆ ਕਿ ਇੱਥੇ ਘਰ ਦੇ ਥੱਲੇ ਔਂਕੜ ਹੈ। ਅਸੀਂ ਕਈ ਵਾਰ ਅਲਗਰਜ ਹੋ ਕੇ ਜਾਂ ਬੇਪਰਵਾਹ ਕਰਕੇ ਲੰਘ ਜਾਂਦੇ ਹਾਂ। ਇਹ ਕੁਦਰਤੀ ਤੌਰ ਤੇ ਅੱਜ ਪਹਿਲੇ ਦਿਨ ਮੇਰੇ ਦਿਮਾਗ ਵਿੱਚ ਇਹ ਗੱਲ ਆਈ, ਜਦ ਕਿ ਗ੍ਰੰਥਾਂ ਦੇ ਵਿੱਚ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ 17 ਘਰ ਨੇ। ਧਿਆਨ ਦੇਣਾ, ਘਰ ਤੀਜਾ, ਘਰ ਚੌਥਾ, ਘਰ ਪੰਜਵਾਂ, ਘਰ 11ਵਾਂ, 17 ਗਿਣਤੀ। ਲੇਕਿਨ ਮੈਂ ਬੇਨਤੀ ਕੀਤੀ ਵੀ ਔਂਕੜ ਦੇ ਨਾਲ ਇੱਕ ਵਚਨ ਹੋ ਜਾਂਦਾ ਹੈ। ਉਹਦਾ ਭਾਵ ਇਹ ਹੈ, ਗੁਰਮੁਖਾ ਘਰ ਦੇ ਕਈ ਅਰਥ ਨੇ। ਸਾਦੀ ਜਿਵੇਂ ਉਦਾਹਰਦੇ ਹਾਂ, ਕਿਉਂਕਿ ਆਪਾਂ ਅਰਥ ਵੀ ਕਰਨੇ ਨੇ। ਆਪਾਂ ਰੋਜ਼ਾਨਾ ਰਾਤ ਨੂੰ ਸੌਣ ਲੱਗਿਆਂ ਸੁਰ ਦਾ ਪਾਠ ਕਰਦੇ ਹਾਂ। ਉੱਥੇ ਪਾਠ ਆਉਂਦਾ 6 ਘਰ 6 ਗੁਰ 6 ਉਪਦੇਸ਼। ਉੱਥੇ ਘਰ ਦਾ ਅਰਥ ਹੈ 6 ਸ਼ਾਸਤਰ। 6 ਸ਼ਾਸਤਰਾਂ ਦੇ 6 ਕਰਤੇ, 6 ਘਰ 6 ਗੁਰ ਦਾ ਭਾਵ ਹੈ ਜਿਨ੍ਹਾਂ ਮਹਾਂਪੁਰਸ਼ਾਂ ਨੂੰ 6 ਸ਼ਾਸਤਰ ਲਿਖੇ, ਉਹਨਾਂ ਦੇ 6 ਕਰਤੇ ਹਨ। ਜੈਮਨ ਲਿਖੀ, ਵਿਆਸ ਲਿਖੀ, ਪਤੰਜਲ ਰਿਸ਼ੀ ਇਤਿਆਦਿਕ। ਇਸ ਘਰ ਦੇ ਥੱਲੇ ਔਂਕੜ ਦਾ ਭਾਵ ਇਹ ਹੈ ਵੀ ਗੁਰਮੁਖਾ ਘਰ ਤਾਂ ਬੜੇ ਨੇ। ਆਪਾਂ ਇਹ ਵੀ ਪੜ੍ਹਦੇ ਹਾਂ, ਐਸੇ ਘਰ ਹਮ ਬਹੁਤ ਵਸਾਏ। ਕਈ ਘਰਾਂ 'ਚ ਆਪਾਂ ਗਏ, ਪਤਾ ਨਹੀਂ ਕਿੰਨਿਆਂ ਦੇ ਬੇਟੇ ਬਣੇ ਆ, ਕਿੱਥੇ ਕਿੱਥੇ ਜੰਮੇ ਮਰੇ ਆ। ਇਸ ਘਰ ਦੇ ਥੱਲੇ ਔਂਕੜ ਤੋਂ ਭਾਵ ਹੈ ਵੀ ਗੁਰਮੁਖਾ ਕੇਵਲ ਤੇ ਕੇਵਲ ਇਹ ਗੁਰੂ ਦੇ ਘਰ ਵਿੱਚ ਨਹੀਂ, ਭਟਕੀ ਨਾ।
ਜਦੋਂ ਤੂੰ ਬਾਣੀ ਪੜ੍ਹਨੀ ਹੈ ਨਾ, ਅੱਗੇ ਆਉਂਦਾ ਦੂਜਾ। ਤੁਸੀਂ ਕਹੋਗੇ ਵੀ ਗਿਆਨੀ ਜੀ ਦੋ ਗੱਲਾਂ ਕਿਵੇਂ? ਇਹਦਾ ਦੂਜੇ ਦਾ ਭਾਵ ਹੈ ਵੀ ਜਿਹੜੇ ਗੁਰਮੁਖ ਪਿਆਰੇ ਕੀਰਤਨ ਕਰਨ ਵਾਲੇ ਸਾਡੇ ਰਾਗੀ ਸਿੰਘ ਵੀਰ ਨੇ, ਉਹਨਾਂ ਨੂੰ ਹਦਾਇਤ ਹੈ ਵੀ ਗੁਰਮੁਖੋ ਤੁਸੀਂ ਇਸ ਤਾਲ ਦੇ ਵਿੱਚ, ਇਸ ਸੁਰ ਵਿੱਚ ਇਹਦਾ ਕੀਰਤਨ ਕਰਨਾ। ਸੁਰਤਾਲ, ਭਾਵੇਂ ਸੁਰਤਾਲ ਕੋਈ ਵੀ ਹੈ, ਲੇਕਿਨ ਗੁਰੂ ਦੇ ਘਰ ਤੋਂ ਬਾਹਰ ਨਾ ਹੋਵੇ। ਸਿੰਪਲ ਜੀ ਸਾਦੀ ਉਦਾਹਰਨ ਦਿਆਂ, ਆਪਾਂ ਕਹਾਂਗੇ ਗਿਆਨੀ ਜੀ ਦੇ ਨਾਲ ਕੀ ਹੋਏਗਾ? ਚੱਕੀ ਚੱਲਦੀ ਹੈ, ਮਣਾ ਵਿੱਚ ਆਟਾ ਪੀਸਿਆ ਜਾਂਦਾ ਹੈ, ਲੇਕਿਨ ਜਿਹੜਾ ਦਾਣਾ ਚੱਕੀ ਦੀ ਕਿੱਲੀ ਨਾਲ ਲੱਗ ਗਿਆ ਉਹਦੇ ਤੇ ਪੁੜਾਂ ਦਾ ਅਸਰ ਨਹੀਂ। ਭਾਵੇਂ 4 ਘੰਟੇ ਚੱਕੀ ਚੱਲੀ, ਭਾਵੇਂ 5 ਘੰਟੇ ਚੱਲੀ, ਜਿਹੜੇ ਦਾਣੇ ਚੱਕੀ ਤੋਂ ਪਾਸੇ ਹੋ ਗਏ, ਜਿਹੜੇ ਦਾਣੇ ਉਸ ਕਿੱਲੀ ਤੋਂ ਪਾਸੇ ਹੋ ਗਏ, ਪੀਸੇ ਗਏ। ਤੇ ਜਿਹੜਾ ਦਾਣਾ ਇਹ ਕਿੱਲੀ ਦੇ ਨਾਲ ਲੱਗਾ ਉਹ ਪੀਸਿਆ ਨਹੀਂ ਗਿਆ। ਇਸ ਕਰਕੇ ਗੁਰਮੁਖਾ ਕੀਰਤਨ ਦੇ ਮੁਤਾਬਕ ਤੂੰ ਕਿਸੇ ਸੁਰਤਾਲ ਵਿੱਚ ਕੀਰਤਨ ਕਰੇ, ਜਮ ਕਰ, ਜ਼ਰੂਰ ਕਰ, ਪਰ ਗੁਰੂ ਦੇ ਘਰ ਤੋਂ ਪਾਸੇ ਨਾ ਹੋਵੇ। ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਇਹ ਪਾਵਨ ਸ਼ਬਦ ਉਚਾਰ ਰਹੇ ਹਨ। ਤੁਧ ਬਿਨ ਦੂਜਾ ਨਾਹੀ ਕੋਏ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਤੇ ਜੇ ਆਪਾਂ ਗੁਰਮੁਖੋ ਇੱਕ ਦੇ ਹੋ ਕੇ ਅਰਦਾਸ ਕਰੀਏ ਨਾ, ਤੇ ਗੱਲ ਬਣ ਜਾਂਦੀ ਹੈ। ਆਪਾਂ ਇੱਕ ਦੇ ਹੋ ਕੇ ਤੇ ਇੱਕ ਦੀ ਅੱਗੇ ਅਰਦਾਸ ਨਹੀਂ ਜੀ ਕਰਦੇ, ਇੱਕ ਦੇ ਅੱਗੇ ਤੇ ਇੱਕ ਮਨ ਹੋ ਕੇ ਅਰਦਾਸ ਨਹੀਂ ਜੀ ਕਰਦੇ। ਦ੍ਰਿਸ਼ਟਾਂਤ ਲਿਖਿਆ ਮਹਾਂਪੁਰਸ਼ਾਂ ਨੇ। ਇੱਕ ਲੜਕਾ, ਮੈਂ ਬੇਨਤੀ ਕਰ ਰਿਹਾ, ਤੁਧ ਬਿਨ ਦੂਜਾ ਨਾ ਹੀ ਕੋਏ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ। ਇੱਕ ਬੱਚਾ ਸਤ ਸੰਗ ਵਿੱਚ ਜਾਂਦਾ ਹੈ ਔਰ ਭਾਣਾ ਰੱਬ ਦਾ। ਸ਼ਾਮ ਦੇ ਟਾਈਮ ਤੇ ਹਨੇਰੇ ਆਉਂਦਾ ਹੈ ਤੇ ਕਿਸੇ ਮਹੱਲੇ ਵਿੱਚ ਚੋਰੀ ਹੋ ਗਈ। ਮੁਲਾਜ਼ਮਾਂ ਨੇ ਉਹਨੂੰ ਚੋਰ ਜਾਣ ਕੇ ਕਾਬੂ ਕਰ ਲਿਆ। ਚੋਰ ਨਹੀਂ ਹੋ। ਉਸ ਬੱਚੇ ਨੇ ਆਪਣੇ ਵੱਲੋਂ ਬੜਾ ਸਪਸ਼ਟੀਕਰਨ ਦਿੱਤਾ ਵੀ ਮੈਂ ਸਤ ਸੰਗ ਵਿੱਚ ਜਾਣਾ, ਮੇਰਾ ਕੋਈ ਚੋਰੀ ਨਾਲ ਲੈਣ ਦੇਣ ਨਹੀਂ। ਜਿਹੜੇ ਉਹ ਗੁਰਮੁਖ ਪਿਆਰੇ ਕਥਾ ਵਿਖਿਆਨ ਕਰਦੇ ਸਨ, ਉਹਨਾਂ ਨੂੰ ਜਾ ਕੇ ਪੁੱਛਿਆ ਵੀ ਭਾਈ ਤੁਹਾਡੇ ਕੋਲ ਆਉਂਦਾ? ਉਹ ਕਹਿੰਦੇ ਜੀ ਇੱਥੇ ਕਈ ਆਉਂਦੇ ਤੇ ਕਈ ਜਾਂਦੇ ਨੇ, ਸਾਨੂੰ ਕੀ ਪਤਾ ਕੌਣ ਹੈ। ਮਾਪਿਆਂ ਕੋਲ ਆਏ ਤੇ ਮਾਪਿਆਂ ਨੇ ਆਖਿਆ ਵੀ ਭਾਵੇਂ ਇਹਨੂੰ ਮਾਰੋ ਤੇ ਭਾਵੇਂ ਇਹਨੂੰ ਫਾਹੇ ਲਾ ਦਿਓ, ਸਾਡੇ ਵੱਲੋਂ ਤਾਂ ਪਹਿਲਾਂ ਮਰਿਆ ਹੈ। ਮਾਫੀ ਦੇਣੀ। ਆਪਾਂ ਸੰਸਾਰੀ ਜੀਵ ਪਦਾਰਥਾਂ ਤੱਕ ਸਹਿਮਤ ਹਾਂ, ਪਦਾਰਥਾਂ ਤੱਕ। ਜਿੱਥੋਂ ਪਦਾਰਥ ਮਿਲਣ ਉਹ ਸਾਡਾ, ਜਿੱਥੋਂ ਪਦਾਰਥ ਨਾ ਮਿਲਣ ਉਹ ਸਾਡਾ ਕੁਝ ਵੀ ਨਹੀਂ। ਆ ਕੁਝ ਦਿਨ ਹੋਏ ਬਾਬਾ ਕਰਮ ਸਿੰਘ ਹੋਤੀ ਮਰਦਾਨ ਦਾ ਜਨਮ ਦਿਹਾੜਾ ਲੋਕਾਂ ਮਨਾਇਆ ਤੇ ਮੈਂ ਉਹਨਾਂ ਦੀ ਜੀਵਨੀ ਪੜ੍ਹੀ। ਉਹਨਾਂ ਦਾ ਜਨਮ 24 ਵਿੱਚ ਹੋਇਆ, 1824 ਵਿੱਚ, ਤੇ 18 ਸਾਲ ਦੀ ਉਮਰ 'ਚ ਉਹਨਾਂ ਅੰਮ੍ਰਿਤ ਛਕਿਆ। ਮਾਫ ਕਰਨਾ, 1826 ਜਨਮ ਹੋਇਆ ਉਹਨਾਂ ਦਾ। ਮੈਂ ਵਿੱਚੋਂ ਟੂ ਦੀ ਪੁਆਇੰਟ ਗੱਲ ਲਵਾਂ। ਬਾਬਾ ਕਰਮ ਸਿੰਘ ਹੋਤੀ ਮਰਦਾਨ ਫੌਜ ਵਿੱਚ ਭਰਤੀ ਹੋ ਗਏ। ਰੱਬ ਨਾਲ ਜੁੜੀ ਆਤਮਾ ਹੈ। 20 ਸਤੰਬਰ 1857 ਨੂੰ ਅੰਗਰੇਜ਼ ਹਕੂਮਤ ਨੇ ਆਪਣੀ ਫੌਜ ਨੂੰ ਆਖਿਆ ਵੀ ਇੱਕ ਦਿਨ ਤੁਹਾਨੂੰ ਦਿੱਤਾ ਵੀ ਜਿੰਨੀ ਦਿੱਲੀ ਲੁੱਟੀ ਜਾਂਦੀ ਤੁਸੀਂ ਲੁੱਟ ਲਓ। 20 ਸਤੰਬਰ 1857 ਨੂੰ ਹਿੰਦੁਸਤਾਨ ਦੀ ਗੌਰਮੈਂਟ ਨੇ ਮੁਲਾਜ਼ਮਾਂ ਨੂੰ, ਜਿਹੜੇ ਫੌਜੀ ਸਨ, ਉਹਨਾਂ ਨੂੰ ਹੁਕਮ ਕੀਤਾ ਵੀ ਜਿੰਨੀ ਦਿੱਲੀ ਲੁੱਟੀ ਜਾਂਦੀ ਲੁੱਟ ਲਓ। ਸਾਰੇ ਲੁੱਟਣ ਤੁਰ ਪਏ। ਉਹਨਾਂ ਫੌਜੀਆਂ ਵਿੱਚ ਬਾਬਾ ਕਰਮ ਸਿੰਘ ਹੋਤੀ ਮਰਦਾਨ ਵੀ ਨੇ। ਇੱਕ ਬੀਬੀ ਮੁਸਲਮਾਨ, ਉਹਨੇ ਮਾੜਾ ਜਿਹਾ ਦਰਵਾਜ਼ਾ ਖੋਲ੍ਹਿਆ ਤੇ ਗੁਰੂ ਕਾ ਸਿੱਖ ਜਾਣ ਕੇ ਇਸ਼ਾਰਾ ਕੀਤਾ ਵੀ ਭਾਈ ਸਾਹਿਬ 1 ਮਿੰਟ ਆਓ।
बाबा जी गए। वो बीबी कहन लगी, सरदार जी मैं तुहानू गुरु गोबिंद सिंह दा सिंह करके बुलाया है, जिहदा कोई नहीं ना, ओदी गुरु नानक रखिया करदा है। सानू परमात्मा ने, अल्लाह ताला ने बड़े पदार्थ दिते, पर साडे मर्दां दी कमी है। तुसीं लुटण चले हो, ते मैं तुहाडे गुरु दा वास्ता पा के बेनती करदी भी साडी पत ते पैसे दा ख्याल रखिया जे। असीं सिख हां, झाती मारीए भी साडा करैक्टर किहो जिहा चाहीदा है। मैं बेनती कर रहा इतिहास विचों, दृष्टांत नहीं। बाबा करम सिंह कहन लगे, भैन मैनूं कुर्सी दे दे। बीबी ने कुर्सी दे दी। 8 पैर बाबा करम सिंह ने उन्होंने बूहे अगे पहरा दिता। जदों सरकार वालों आग्या होए भी मित्रों तुहाडे 8 पैर हो गए तो टकाने छाउणियां नूं आ जाओ, बाबा करम सिंह तुर लगे तो उत्थे ग्रंथां 'च लिखिया भी उन्हें बहुत सारे कीमती गहने ते पदार्थ थाली 'च पा के बाबा करम सिंह दे अगे रखे भी भाई साहब तुसीं साडी पत बचाई है, पैसा तो कोई चीज़ नहीं, ते मैं तुहानूं ये भेटा देनी चाहुंदी हां। कहण लगे, बीबी तू मेरी भैन है, तैनूं खुदा ने दिते, मैं खुदा कोल मंगांगा। लोकी भैणां नूं देंदे, लोकी भैणां तो लैंदे नहीं हुंदे। मैं तैनूं भैन कहा, तू मैनूं भरा कहा ना। लोकी भैणां नूं देंदे ने, भैणां तो लैंदे नहीं। जिहड़ा खुदा तेरा पिता वो मेरा पिता, मैं उहदे कोल मंगांगा। बीबी ने बूहा ढोलिया। भाई करम सिंह होती मरदान दे नगर दे 2 होर फौजी सन, उन्होंने चंगा माल मत्ता लुटिया। घर गए, परिवार के मैंबर बड़े खुश। बाबा करम सिंह की मां भी ढीकदी भी मेरा पुत कुछ लैके आएगा। जदों खाली हथीं गए ना, ते माता कहन लगी, करम सिंह तेरे होए ते ना होए च कोई फर्क नहीं, तू इउं जापदा तू मेरे घर होया ही नहीं। मां ने भी अखां बदलियां ते बाबा करम सिंह होती मरदान अपने घर तो बाहर हो गए। इस इतिहास के दृष्टांत का मतलब यह है, आपां संसार के जीव केवल ते केवल पदार्थां तक सीमित हाँ। जिथों कुछ मिलता वो साडा मित्र, भैन, वो भरा, ते जिथों नहीं ना मिलता उथों आपां पिछे हट जाने। वो कहने लगे जी साडे भादा तां मरिया, सानू तां इहदी लोड़ ही नहीं। शक पक्का हो गया। उदों रजवाड़ियां दा राज हुंदा सी। उहदा जुर्म बना करके कहन लगे कि मेरी तां भावना यह है, मेरे घर औलाद नहीं, मैं देवी नूं इहदी बलि दियां ताकि मेरे घर पुत्र भी आ जाए तो ये चोर भी मारिया जाए। मैं बेनती की कि ये मैं दृष्टांत सानू पढ़ाया गया समझाउण लई कि गुरमुखा एक दा हो। उस नियत दिन ते राजे ने मुलाजमां नूं आख्या भी भाई इनू दरिया ते नवा लियाओ, ते एक इनू पुछया जे भी इहदी अंतिम इच्छा की है। मैं सुनिया भी जिहड़े जिन्हां नूं फांसी लाउंदे ने ना, उन्हां नूं पुछदे भी तेरी अंतिम इच्छा की है, जिन्हां नूं सजाए मौत हुंदी है। लड़का बेपरवाह है, क्योंकि आपां बाणी पढ़दे हां, बेपरवाह सदा रंग हर के जां को पाग स्वामी। जिन्हां दा स्वामी मालक पख करदा वो परवाह नहीं करते। परवाह ना ही किसे केरी बाहर सच्चे ना है। वैगुरू के नाम तो बिना परवाह ही नहीं। लै गए बच्चे ने मिट्टी दियां 4 ढेरियां बनाईयां, इशनान किया, मिट्टी दियां 4 ढेरियां बनाईयां। मूँह में कुछ बोलता, मुलाजमां नूं पता नहीं। हौली हौली उन्हें 3 ढेरियां ढा दित्तियां ते एक रहन दित्ती।
ਮੁਲਾਜ਼ਮ ਲਾਇਆ ਹੈ। ਰਾਜੇ ਨੇ ਪੁੱਛਿਆ ਵੀ ਇਸ ਬੱਚੇ ਦੇ ਮੂੰਹ ਦੇ ਚਿਹਰੇ ਦੇ ਉੱਪਰ ਮੌਤ ਦਾ ਖੌਫ ਨਹੀਂ, ਕੀ ਕਾਰਨ ਇਹਨੇ ਬਾਹਰ ਜਾ ਕੇ ਕੀ ਕੀਤਾ? ਮੁਲਾਜ਼ਮ ਕਹਿਣ ਲੱਗੇ ਜੀ ਇਹਨੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਮਿੱਟੀ ਦੀਆਂ 4 ਢੇਰੀਆਂ ਬਣਾਈਆਂ ਸਨ, 3 ਢਾਹ ਕੇ ਤੇ ਕਹਿਣ ਲੱਗਾ ਚਲੋ ਭਾਈ ਚਲੋ, ਮੈਨੂੰ ਲੈ ਚਲੋ। ਬਸ ਇੰਨੀ ਗੱਲ ਹੋਈ ਹੈ। ਰਾਜੇ ਨੇ ਪੁੱਛਿਆ ਵੀ ਬੇਟਾ ਕਾਰਨ? ਕਹਿਣ ਲੱਗਾ ਜੀ ਪਹਿਲੀ ਢੇਰੀ ਹੈ ਮਾਂ ਪਿਓ ਦੀ। ਧੀ ਪੁੱਤ ਕਿੱਡਾ ਵੀ ਮਾੜਾ ਆਵੇ ਮਾਪੇ ਮੋਹ ਕਰਦੇ ਨੇ, ਉਹਦੀ ਪਾਲਣਾ ਕਰਦੇ ਆਪਾਂ ਸਾਰੇ ਵੇਖਦੇ ਹਾਂ। ਕਹਿਣ ਲੱਗਾ ਮਾਂ ਪਿਓ ਨੇ ਕਹਿ ਦਿੱਤਾ ਵੀ ਸਾਡੇ ਭਾ ਦਾ ਮਰ ਗਿਆ, ਮੈਂ ਉਹਨਾਂ ਦੀ ਢੇਰੀ ਢਾਹ ਦਿੱਤੀ। ਤੇ ਦੂਸਰੀ ਢੇਰੀ ਹੁੰਦੀ ਸਰਕਾਰ ਦੀ, ਜਦੋਂ ਸਾਨੂੰ ਧੱਕਾ ਹੋਵੇ ਤੇ ਆਪਾਂ ਸਰਕਾਰ ਕੋਲ ਅਪੀਲ ਕਰਦੇ ਹਾਂ, ਬੇਨਤੀ ਕਰਦੇ ਵੀ ਸਾਨੂੰ ਹੱਕ ਦਿਵਾਓ। ਦੂਜੀ ਮੈਂ ਤੇਰੀ ਢੇਰੀ ਬਣਾਈ ਸੀ ਉਹ ਵੀ ਢਾਹ ਦਿੱਤੀ ਵੀ ਤੂੰ ਤਾਂ ਮੇਰੇ ਮਾਰ ਨੂੰ ਤਿਆਰ ਹੋਇਆ। ਜਦੋਂ ਸਰਕਾਰੇ ਦਰਬਾਰੇ ਵੀ ਨਾ ਚੱਲੇ ਤੇ ਲੋਕੀ ਦੇਵੀ ਦੇਵਤਿਆਂ ਦਾ ਓਟ ਆਸਰਾ ਲੈਂਦੇ ਹਨ। ਤੇ ਮੈਨੂੰ ਪਤਾ ਲੱਗਾ ਹੈ ਅੱਜ ਤੂੰ ਦੇਵੀ ਦੇ ਮੰਦਿਰ ਵਿੱਚ ਮੇਰੀ ਬਲੀ ਦੇਣੀ ਹੈ। ਮੈਂ ਦੇਵਤਿਆਂ ਦੀ ਢੇਰੀ ਵੀ ਢਾਹ ਦਿੱਤੀ, ਲੇਕਿਨ ਇੱਕ ਨਹੀਂ ਢਾਏ। ਉਹ ਮੈਨੂੰ ਅੰਤਮ ਸਵਾਸ ਤੱਕ ਇੱਕ ਪ੍ਰਮਾਤਮਾ ਤੇ ਵਿਸ਼ਵਾਸ ਹੈ ਵੀ ਉਹ ਮੇਰੀ ਬਾਂਹ ਫੜੇਗਾ। ਸਾਡੀ ਕੌਮ ਦੇ ਮਹਾਨ ਮਹਾਂਪੁਰਸ਼ ਪ੍ਰਚਾਰਕ ਬਾਬਾ ਸੰਤ ਸਿੰਘ ਅਤਰ ਸਿੰਘ ਵਸਤੂ ਬਾਣੇ ਵਾਲੇ ਹੋਏ ਨੇ। ਉਹ ਇਹ ਧਾਰਨਾ ਲਾਉਂਦੇ ਹੁੰਦੇ ਸਨ, ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ। ਇਹ ਦ੍ਰਿਸ਼ਟਾਂਤ ਮੇਰੇ ਅੰਦਰ ਤਾਂ ਆਇਆ, ਉਹਨਾਂ ਕੋਲ ਪੜ੍ਹਿਆ ਮੈਂ। ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ। ਮਾਂ ਪਿਓ ਵੀ ਉਹਨਾਂ ਚਿਰ ਜਿੰਨਾ ਚਿਰ ਬੰਦਾ ਜਿੰਦਾ ਹੈ। ਮੁੜ ਕੇ ਕਹਿੰਦੇ ਟਾਈਮ ਨਾਲ ਕੱਢੋ, ਮੁੜ ਕੇ ਪ੍ਰਾਹੁਣਿਆਂ ਨੇ ਘਰੋਂ ਕਰੀ ਜਾਣਾ। ਜਿਹੜੇ ਘਰ ਵਿੱਚ ਅਸੀਂ 80 ਸਾਲ ਬਤੀਤ ਕੀਤੇ ਆ ਨਾ, ਉਸ ਪਰਿਵਾਰ ਨੇ ਉਸ ਘਰ ਵਿੱਚ ਸਾਨੂੰ ਇੱਕ ਰਾਤ ਰਹਿਣ ਦੀ ਆਗਿਆ ਨਹੀਂ ਦੇਣੀ, ਇੱਕ ਰਾਤ। ਤੇ ਜਿਹੜੀ ਧਰਮ ਪਤਨੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਾਡਾ ਪੱਲਾ ਪਕੜ ਕੇ ਤੇ ਰਾਗੀ ਸਿੰਘਾਂ ਦੇ ਨਾਲ ਪੰਕਤੀ ਪੜ੍ਹਦੀ ਸੀ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲਾਗੇ। ਉਹ ਬੀਬੀ ਵੀ ਪਤੀ ਮਰ ਗਿਆ ਤੇ ਮਰਨ ਤੋਂ ਬਾਅਦ ਕਿਉਂਕਿ 40-45 ਸਾਲ ਇਕੱਠੇ ਰਹੇ ਨੇ, ਸੁਪਨਾ ਆਇਆ ਤੇ ਆਪਣੇ ਬੇਟੇ ਨੂੰ ਕਹਿਣ ਲੱਗੀ ਪੁੱਤਰ ਮੇਰੀ ਬੇਨਤੀ ਵੀ ਆਪਾਂ ਇੱਕ ਅਖੰਡ ਪਾਠ ਹੋਰ ਕਰਾਈਏ, ਤੇਰੇ ਪਿਓ ਦੀ ਗਤੀ ਨਹੀਂ ਹੋਈ, ਰਾਤ ਮੈਨੂੰ ਬੁਖਾੜੀ ਦੇ ਗਿਆ। ਹੱਸਣਾ ਨਹੀਂ, ਗੱਲ ਨੂੰ ਚਿੱਥਣਾ। ਜਿਹਦੇ ਨਾਲ 45 ਸਾਲ ਬਸਰ ਕੀਤੀ ਅਸੀਂ ਇਹਨੂੰ ਸੁਪਨੇ ਵਿੱਚ ਵੇਖਣ ਨੂੰ ਤਿਆਰ ਨਹੀਂ, ਉਹਦੇ ਨਾਲ ਜਾਣ ਨੂੰ ਤਿਆਰ ਨਹੀਂ। ਨਾਲ ਕੀ ਜਾਂਦਾ ਹੈ, ਨਾਨਕ ਅੱਗੇ 100 ਮਿਲਟੇ ਮਿਲੇ ਜੇ ਖੱਟੇ ਕਾਲੇ ਦੇ, ਜਿਹਨੂੰ ਦਸਮ ਪਾਤਸ਼ਾਹ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮਾਨੋ, ਇੱਕ ਬਿਨ ਦੂਸਰ ਸੋ ਨਾ ਚਨਾਰ। हे ਵਾਹਿਗੁਰੂ ਤੇਰੇ ਬਰਾਬਰ ਤੇਰਾ ਸਰੀਰ ਕੋ ਨਾਹੀਂ, ਜਿਸ ਨੂੰ ਲਵੇ ਲਾਏ ਸੁਣਾਇਆ, तेरे तो बिना दूजा तेरे बराबर को है नहीं। तू करतार करहि सो होए। बाकी मैं केवल ते केवल एक तेरे अगे बेनती करदा हाँ। ये मैं तकरीबन गाए बगाए बोलदा रहना। ਆਪਾਂ ਜਦੋਂ ਵੀ ਆਪਣੇ ਭੈਣ ਭਰਾ ਦੋਸਤ ਮਿੱਤਰਾਂ ਨੂੰ ਮਿਲਦੇ ਤੇ ਆਪਾਂ ਕਹਿੰਦੇ ਭਾਈ ਸਾਹਿਬ ਤੁਹਾਡਾ ਕੀ ਹਾਲ ਹੈ, ਤੁਸੀਂ ਕਦੋਂ ਆਇਓ ਭੈਣ ਜੀ, ਭਾਈ ਸਾਹਿਬ ਤੁਸੀਂ ਕਦੋਂ ਆਇਓ। ਜਿਹੜਾ ਕਹਿੰਦਾ ਤੂੰ ਕਦੋਂ ਆਇਆ ਤੇ ਆਪਾਂ ਥੋੜਾ ਜਿਹਾ ਪਰਾਂ ਹੋ ਕੇ ਨੇ ਵੀ ਇਹਨੂੰ ਬੋਲਣ ਦੀ ਅਕਲ ਨਹੀਂ, ਤੂੰ ਕਰਕੇ ਬੋਲਦਾ ਹੈ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਜਦੋਂ ਪ੍ਰਮਾਤਮਾ ਨੂੰ ਮੁਖਾਤਬ ਕੀਤਾ ਉੱਥੇ ਤੂੰ ਆਇਆ ਤੁਸੀਂ ਨਹੀਂ ਆਇਆ। ਤੂੰ ਆ ਹੁਣੇ ਅਰਦਾਸ ਹੋਣੀ ਹੈ, ਤੂੰ ਠਾਕਰ ਤੁਮ ਪੈ ਅਰਦਾਸ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇੱਕੇ ਸ਼ਬਦ ਵਿੱਚ ਕਿੰਨੀ ਵਾਰ ਤੂੰ ਤੂੰ ਆਇਆ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੁੱਖਿਆ ਕਾੜਾ ਜਿਓ। ਇਹਦਾ ਭਾਵ ਹੈ ਇੱਕ ਵਚਨ, ਕੇਵਲ ਤੇ ਕੇਵਲ ਇੱਕ। ਤੂੰ ਕਰਤਾਰ ਕਰੇ ਸੋ ਹੋਏ।
ਕਰਤਾਰ ਦਾ ਭਾਵੇਂ ਵੀ ਸਾਡੀ ਰੋਜੀ ਦੀ ਤਾਰ ਤੇਰੇ ਹੱਥਾਂ 'ਚ ਹੈ। ਕਰ ਕਹਿੰਦੇ ਨੇ ਹੱਥ ਨੂੰ, ਸਾਡੇ ਸਵਾਸਾਂ ਦੀ ਤਾਰ ਤੇਰੇ ਹੱਥਾਂ 'ਚ ਜਦੋਂ ਮਰਜ਼ੀ ਖਿੱਚ ਲਈ। ਇਸ ਕਰਕੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਇੱਕ ਵਾਹਿਗੁਰੂ ਜੋ ਤੂੰ ਕਰਦਾ ਹੈ ਉਹ ਹੀ ਹੁੰਦਾ ਹੈ। ਤੇਰਾ ਜੋਰ ਤੇਰੀ ਮਨ ਟੇਕ। ਜਿਹੜਾ ਸਾਡੇ ਸਰੀਰ 'ਚ ਬਲ, ਇਹ ਵੀ ਤੇਰਾ ਦਿੱਤਾ। ਜ਼ੋਰ ਦਾ ਅਰਥ ਹੈ ਬਲ। ਔਰ ਅਸੀਂ ਮਨ ਕਰਕੇ ਕੇਵਲ ਤੇ ਕੇਵਲ ਤੇਰਾ ਓਟ ਆਸਰਾ ਤੱਕਣਾ ਕੀਤਾ ਹੈ। ਸਦਾ ਸਦਾ ਜਪ ਨਾਨਕ ਏਕ। ਪਾਪੇ ਨੂੰ ਸਿਹਾਰੀ ਲੱਗਣ ਕਰਕੇ ਬਣ ਗਿਆ ਕਿਰਿਆ, ਅੰਗਰੇਜ਼ੀ 'ਚ ਵਰਬ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਕਦੇ ਉਹ ਮੰਤਰ ਕਦੇ ਉਹ ਮੰਤਰੇ ਨਾ ਪੜ। ਜੇ ਜਪ ਕਰਨਾ ਤੇ ਕੇਵਲ ਇੱਕ ਦਾ ਕਰਨਾ ਕਰ। ਮੈਂ ਇਹ ਕਥਾ ਆਪਣੇ ਚਾਚਾ ਸੰਤ ਕਰਤਾਰ ਸਿੰਘ ਗੁਰਾਂ ਕੋਲੋਂ ਸਿੱਖੀ। ਉਹਨਾਂ ਸਾਨੂੰ ਬੜੇ ਗ੍ਰੰਥ ਪੜ੍ਹਾਏ ਵਿਧਾਨ ਦੇ, ਤੇ ਜਦੋਂ ਉਹ ਸੱਚਖੰਡ ਪਿਆਨਾ ਕਰ ਗਏ ਤੇ 3-4 ਪੋਥੀਆਂ ਰਹਿ ਗਈਆਂ। ਵਿਚਾਰ ਸਾਗਰ, ਬਿਰਤੀ, ਪ੍ਰਭਾਕਰ, ਮੋਕਸ਼ ਪੰਥ ਕਥਾ ਵਾਸਤੇ ਗ੍ਰੰਥ ਪੜ੍ਹਾਏ ਜਾਂਦੇ ਨੇ। ਇਹ ਪੜ੍ਹੇ ਨਾ। ਮੈਂ ਇੱਕ ਉਦਾਸੀ ਮਹਾਤਮਾ ਕੋਲ ਗਿਆ। ਉਹ ਵਿਦਵਾਨ ਸਨ, ਅੱਖਾਂ ਤੋਂ ਸੂਰਮੇ, ਨੇਤਰਹੀਣ। ਮੈਂ ਰੱਬ ਦੇ ਪਿਆਰੇ ਜਾਣ ਕੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਬਾਬਾ ਜੀ ਮੈਂ ਤੁਹਾਡੇ ਕੋਲੋਂ ਆ ਵਿਚਾਰ ਸਾਗਰ ਗ੍ਰੰਥ ਪੜ੍ਹਨਾ, ਬਿਰਤੀ, ਪ੍ਰਭਾਕਰ ਤੇ ਮੋਕਸ਼ ਪੰਥ। ਤੇ ਮੈਨੂੰ ਕਹਿਣ ਲੱਗੇ, ਸਿੰਘਾ ਤੈਨੂੰ ਕਾਲਾ ਇਲਮ ਨਾ ਪੜ੍ਹਾ ਦਿਆਂ। ਮੈਂ ਉਸੇ ਮੌਕੇ ਫਤਿਹ ਬੁਲਾ ਕੇ ਆਖਿਆ, ਬਾਬਾ ਜੀ ਜਿਹਦੇ ਕੋਲ ਚਿੱਟਾ ਉਹਨੇ ਕਾਲੇ ਨੂੰ ਅੱਗ ਲਾਉਣੀ ਹੈ। ਚਿੱਟਾ ਚਾਨਣ, ਕਾਲਾ ਇਲਮ ਹਨੇਰਾ ਹੈ। ਲੋਕੀ ਬੜੇ ਕਾਲੇ ਇਲਮ ਤੇ ਵਿਸ਼ਵਾਸ ਕਰਦੇ ਨੇ, ਉਹਨੇ ਆਹ ਕੀਤਾ, ਉਹਨੇ ਆਹ ਕੀਤਾ। ਮੈਂ ਦਾਅਵੇ ਨਾਲ ਗੁਰੂ ਕੀ ਸਟੋਰੀ ਤੋਂ ਬੋਲਿਆ, ਗੁਰਮੁਖੋ ਜਿਨ੍ਹਾਂ ਕੋਈ ਚਿੱਟਾ ਇਲਮ ਹੈ, ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਚਾਨਣ ਹੈ, ਉਹਨਾਂ ਤੇ ਕਾਲੇ ਇਲਮ ਦਾ ਪ੍ਰਭਾਵ ਨਹੀਂ ਜੀ ਪੈ ਸਕਦਾ। ਤੇ ਜੇ ਕਿਸੇ ਦਾ ਹੈ ਨਾ ਕੋਈ ਕਾਲੇ ਇਲਮ ਵਾਲਾ ਬਾਹਰ, ਤੇ ਉਹਨੂੰ ਕਹਿ ਦਿਓ ਵੀ ਪਾ ਲੈ ਪੰਗਾ, ਵੇਖ ਲੈ ਟੱਕਰ ਲਾ ਕੇ ਕਿਤੇ। ਗੁਰੂ ਕੀ ਬਾਣੀ ਦੇ ਮੁਤਾਬਕ ਚਿੱਟੇ ਇਲਮ ਦੇ ਬਰਾਬਰ ਕਾਲੇ ਇਲਮ ਨਹੀਂ। ਮੈਂ ਬੇਨਤੀ ਕਰਦਾ ਗੁਰੂ ਕੇ ਸਿੱਖੋ, ਚਿੱਟੇ ਇਲਮ ਨੂੰ ਛੱਡ ਕੇ ਤੇ ਕਾਲੇ ਇਲਮ ਨਾਲ ਨਾ ਜੁੜੋ। ਸਦਾ ਸਦਾ ਜਪ ਨਾਨਕ ਏਕ, ਕੇਵਲ ਤੇ ਕੇਵਲ ਆਪਣੀ ਰਸਨਾ ਦੇ ਨਾਲ। ਇਹ ਨਹੀਂ ਵੀ ਸਵੇਰੇ ਲੈ ਲਿਆ ਤੇ ਸ਼ਾਮ ਨੂੰ ਛੁੱਟੀ, ਸ਼ਾਮ ਨੂੰ ਚੇਤੇ ਕਰ ਲਿਆ ਤੇ ਸਵੇਰੇ ਛੁੱਟੀ। ਨਾ ਨਾ, ਜਿੰਨਾ ਚਿਰ ਤੇਰੇ ਪ੍ਰਾਣ ਨੇ ਇੱਕ ਨਾਲ ਜੁੜਿਆ ਰਹੋ, ਜਮਾਨ ਕਰਕੇ ਜਪਦਾ ਰਹੋ। ਸਾਬੇ ਉਪਰ ਪਾਰ ਬ੍ਰਹਮ ਦਾਤਾਰ। ਪਰਮੇਸ਼ਰ ਦੇ ਗੁਰਮੁਖੋ ਦੋ ਸਰੂਪ ਲਿਖੇ ਨੇ ਸਾਡੇ ਵਡੇਰਿਆਂ ਨੇ, ਇੱਕ ਪਾਰ ਬ੍ਰਹਮ, ਇੱਕ ਪੂਰਨ ਬ੍ਰਹਮ। ਪਾਰ ਬ੍ਰਹਮ ਦਾ ਭਾਵ ਹੁੰਦਾ ਵੀ ਉਹ ਸ਼ਕਤੀ ਜਿਹਨੂੰ ਪਕੜਿਆ ਨਹੀਂ ਜਾ ਸਕਦਾ, ਅਨੁਭਵ ਕੀਤਾ ਜਾ ਸਕਦਾ। ਜਿਵੇਂ ਆਪਾਂ ਕਹਿੰਦੇ ਅਗਮ ਅਗੋਚਰ। ਅਗਮ ਦਾ ਭਾਵ ਹੁੰਦਾ ਮਨ ਦੀ ਪਕੜ ਤੋਂ ਉੱਪਰ, ਤੇ ਅਗੋਚਰ ਦਾ ਭਾਵ ਹੁੰਦਾ ਇੰਦਰੀਆਂ ਦੀ ਪਕੜ ਤੋਂ ਉੱਪਰ, ਵੀ ਜਿਹੜਾ ਇਹਨਾਂ ਅੱਖਾਂ ਨਾਲ ਵੇਖਿਆ ਨਾ ਜਾ ਸਕੇ, ਇਹਨਾਂ ਹੱਥਾਂ ਨਾਲ ਫੜਿਆ ਨਾ ਜਾ ਸਕੇ। ਉਹਨੂੰ ਕਹਿੰਦੇ ਪਾਰ ਬ੍ਰਹਮ। ਉਹ ਪਰਿਪੂਰਨ ਪ੍ਰਮਾਤਮਾ ਜੋ ਅਣਡਿੱਠ ਹੈ, ਉਹ ਸਾਰਿਆਂ ਤੋਂ ਉੱਤੇ ਹੈ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਕੇਵਲ ਇੱਕ। ਤੇਰੀ ਟੇਕ ਤੇਰਾ ਆਧਾਰ। ਮਾਰੇ ਤੇਰਾ ਹੀ ਆਸਰਾ ਹੈ ਤੇ ਤੇਰੀ ਹੀ ਓਟ ਹੈ। ਭਾਵ ਇਹ ਲਫ਼ਜ਼ ਮਿਲਦੇ ਨੇ, ਤੂੰ ਮੇਰੇ ਅੰਦਰ ਦਾ ਆਸਰਾ ਵੀ ਹੈ। ਤੇ ਜਿਹਨੂੰ ਆਪਾਂ ਪੰਜਾਬੀ ਆਮ ਬੋਲੀ 'ਚ ਕਹਾਂਗੇ ਠੁੰਮਣਾ, ਬੁਰਜੀ। ਬੁਰਜੀਆਂ ਥੱਲੇ ਹੋਣ ਤੇ ਮਕਾਨ ਡਿੱਗਦਾ ਨਹੀਂ। ਇਸ ਪ੍ਰਕਾਰ ਇਸ ਬੁਰਜੀ ਦਾ ਕੰਮ, ਇਹ ਥੰਮੜੇ ਦਾ ਕੰਮ ਦੇਣ ਵਾਲਾ ਵੀ ਤੂੰ ਹੈ। ਰਹਾਓ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਹੈ ਤੂੰ ਹੋਵਨਹਾਰ। ਹੈ ਦਾ ਭਾਵ ਹੁਣ ਵਰਤਮਾਨ ਸਮਾਂ। ਭੂਤਕਾਲ ਵਿੱਚ ਵੀ ਤੂੰ, ਵਰਤਮਾਨ ਵਿੱਚ ਵੀ ਤੂੰ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੂੰ ਹੋਵੇਂਗਾ। ਤੂੰ ਹੋਵਨਹਾਰ ਤੋਂ ਭਾਵ ਭਵਿੱਖਤ ਕਾਲ ਵਿੱਚ ਵੀ ਤੇਰੀ ਹੋਂਦ ਹੈ। ਅਗਮ ਅਗਾਧ ਊਚ ਆਪਾਰ। ਆਗਮ ਦਾ ਭਾਵ ਮਨ ਦੀ ਗਮਤਾ ਤੋਂ ਪਰਾਂ, ਜਿਹਦਾ ਅੰਤ ਨਾ ਆਵੇ, ਉੱਚਿਆਂ ਤੋਂ ਉੱਚਿਆ। ਅਪਾਰ ਤੋਂ ਭਾਵ ਹੁੰਦਾ ਜਿਹਦਾ ਕੰਢਾ ਨਾ ਹੋਵੇ, ਪਾਰਾਵਾਰ ਤੋਂ ਰਹਿਤ, ਕੰਢਿਆਂ ਤੋਂ ਰਹਿਤ, ਹੱਦਾਂ ਤੋਂ ਰਹਿਤ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ। ਉਹ ਗੁਰਮੁਖ ਪਿਆਰੇ ਜਿਹੜੇ ਤੇਰੇ ਨਾਲ ਜੁੜੇ ਨੇ, ਤੇਰੀ ਸੇਵਾ ਕਰਦੇ ਨੇ,
ਨਾ ਤਾਂ ਉਹਨਾਂ ਨੂੰ ਭਾਉ ਤੇ ਨਾ ਉਹਨਾਂ ਨੂੰ ਦੁੱਖ। ਜਿਹੜੇ ਘੁੰਡੀਆਂ ਫੜਨ ਵਾਲੇ ਸ਼ੰਕਾਵਾਦੀ ਨੇ ਉਹਨਾਂ ਕਹਿਣਾ ਗਿਆਨੀ ਜੀ ਬਿਲਕੁਲ ਗਲਤ, ਇਹ ਕਿਵੇਂ ਹੋ ਸਕਦਾ ਹੈ? ਬਾਬੇ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਤੇ ਉਹਨਾਂ ਨੇ ਸੇਵਾ ਨਹੀਂ ਕੀਤੀ। ਹਰਿਮੰਦਰ ਸਾਹਿਬ ਦੇ ਗ੍ਰੰਥੀ ਬਾਣੀ ਪੜ੍ਹਨ ਵਾਲੇ ਸਨ, ਉਹਨਾਂ ਦੇ ਬੰਦ-ਬੰਦ ਕੱਟੇ ਗਏ। ਤੁਸੀਂ ਇਹ ਪੜਿਆ ਜੋ ਤੁਧ ਸੇਵੇ ਤਿੰਨ ਭਉ ਦੁਖ ਨਾਏ। ਉਹਦਾ ਅਰਥ ਇਹ ਹੈ ਗੁਰਮੁਖੋ, ਸਾਨੂੰ ਤਾਂ ਮਾੜੀ ਜੀ ਕਿਤੇ ਚੀਜ਼ ਵਾਜੇ ਤੇ ਸਾਡੀ ਚੀਕ ਨਿਕਲ ਜਾਂਦੀ ਹੈ ਨਾ। ਉਹਨਾਂ ਦੇ ਗੁੱਟ ਤੇ ਵਾਰ ਕੀਤਾ ਤੇ ਜਲਾਦ ਨੂੰ ਕਹਿੰਦੇ ਭਲਿਆ ਤੇਰੇ ਮਾਲਕ ਦੀ ਆਗਿਆ ਤੂੰ ਬੰਦ-ਬੰਦ ਕੱਟੇ ਤੇ ਬੰਦ ਪੋਟਿਆਂ ਤੋਂ ਆਰੰਭ ਹੁੰਦਾ, ਗੁੱਟ ਤੋਂ ਨਹੀਂ। ਦੇ ਜਿਹਨੂੰ ਦੁੱਖ ਹੋਵੇ ਉਹ ਕਿਵੇਂ ਕਹੇਗਾ? ਇਹ ਇਤਿਹਾਸ ਲਿਖਿਆ ਜੀ। ਇਤਿਹਾਸ ਵਿੱਚ ਇਤਿਹਾਸ ਕਹਿੰਦਾ ਵੀ ਜਿਹੜਾ ਉਹ ਜਲਾਦ ਸੀ, ਜਦੋਂ ਭਾਈ ਮਨੀ ਸਿੰਘ ਨੇ ਆਖਿਆ ਨੇ ਵੀ ਗੁਰਮੁਖਾ ਤੇਰੇ ਮਾਲਕ ਦੀ ਆਗਿਆ ਵੀ ਬੰਦ-ਬੰਦ ਕੱਢ ਤੇ ਭਲਿਆ ਤੂੰ ਤਾਂ ਗੁੱਟ ਤੇ ਵਾਰ ਕੀਤਾ ਹੈ ਤੇ ਬੰਦ ਹੁੰਦਾ ਪੋਟਿਆਂ ਤੋਂ ਸ਼ੁਰੂ। ਉਹ ਜਲਾਦ ਨੇ ਇੱਕਦਮ ਟੋਕਾ ਵਗਾ ਕੇ ਸੂਬੇ ਨੂੰ ਆਖਿਆ ਮੈਥੋਂ ਇਹੋ ਜਿਹੇ ਸੰਤਾਂ ਦਾ ਕਤਲ ਨਹੀਂ ਹੁੰਦਾ, ਜਿਹਨੂੰ ਆਪਾਂ ਕਹਿੰਦੇ ਰਿਜ਼ਾਈਨ ਦੇ ਗਿਆ, ਨੌਕਰੀ ਛੱਡ ਗਿਆ। ਉਹ ਗੁਰਮੁਖ ਪਿਆਰੇ ਦੁੱਖ ਨੂੰ ਦੁੱਖ ਕਰਕੇ ਮੰਨਦੇ ਨਹੀਂ, ਉਹ ਸਰੀਰ ਤੋਂ ਉੱਪਰ ਉੱਠ ਜਾਂਦੇ ਹਨ। ਜਿਵੇਂ ਬਾਬਾ ਮਨੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਨੂੰ ਨੋਚਿਆ ਗਿਆ ਨਾ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਤਿਉੜੀ ਨਹੀਂ ਪਈ, ਗੁੱਸਾ ਨਹੀਂ ਆਇਆ ਤੇ ਕਹਿਣ ਲੱਗੇ ਵੀ ਬਾਬਾ ਜੀ ਅਸੀਂ ਤੁਹਾਡੇ ਨਾਲ ਇੰਨਾ ਕੁਝ ਕੀਤਾ ਤੇ ਤੁਹਾਡੇ ਨਾਲ ਤਿਉੜੀ ਨਾਲ ਗੁੱਸਾ ਕਾਰਨ। ਕਹਿੰਦੇ ਕੋਈ ਸੱਪ ਦੀ ਖੁੱਡ ਨੂੰ ਕੁੱਟੀ ਜਾਏ ਤੇ ਸੱਪ ਨੂੰ ਕਾਹਦਾ ਦੁੱਖ ਹੈ? ਤੁਸੀਂ ਮਿੱਟੀ ਨੂੰ ਕੁੱਟੀ ਜਾਂਦੇ ਹੋ, ਮੈਂ ਮਿੱਟੀ ਨਹੀਂ, ਮੈਂ ਇਹ ਸਰੀਰ ਤੋਂ ਪਰਾਂ ਹਾਂ। ਪਰ ਇਹ ਕੌਣ ਜਾਏਗਾ? ਜਿਹੜਾ ਕੇਵਲ ਤੇ ਕੇਵਲ ਇੱਕ ਨਾਲ ਜੁੜੇਗਾ, ਜਿਹੜਾ ਕੇਵਲ ਤੇ ਕੇਵਲ ਇੱਕ ਦੀ ਉਪਾਸਨਾ ਕਰਦਾ ਹੈ। ਇੱਥੋਂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ? ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਗੁਰੂ ਦੀ ਕਿਰਪਾ ਹੀ। ਇੱਥੇ ਉਹ ਪਹੁੰਚੇ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ, ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਔਰ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ। ਜੋ ਦੀਸੈ ਸੋ ਤੇਰਾ ਰੂਪ। ਫਿਰ ਗੁਰਮੁਖੋ ਕਹਿੰਦੇ ਉਹਨਾਂ ਦੇ ਅੰਦਰ ਇੱਕ ਤਬਦੀਲੀ ਆ ਜਾਂਦੀ ਕਿ ਆਪਾਂ ਤਾਂ ਕਹਿੰਦੇ ਹਿੰਦੂ ਹੈ, ਸਿੱਖ ਹੈ, ਮੁਸਲਮਾਨ, ਇਹ ਗੋਲਾ, ਇਹ ਕਾਲਾ, ਇਹ ਮਾੜਾ, ਇਹ ਚੰਗਾ, ਪਰ ਉਹ ਸਾਰਿਆਂ ਵਿੱਚ ਉਹਨੂੰ ਤੱਕਦੇ ਨੇ। ਜੇ ਦਿਸਦੇ ਨੇ ਨਾ, ਉਹ ਕਹਿੰਦੇ ਵੀ ਸਾਰੇ ਵਾਹਿਗੁਰੂ ਦਾ ਰੂਪ ਹਨ। ਜਿਵੇਂ ਭਾਈ ਕਨਈਏ ਜੀ ਨੇ ਵੇਖਿਆ, ਜੋ ਦਿਸੈ ਸੋ ਤੇਰਾ ਰੂਪ। ਸ਼ਿਕਾਇਤ ਲਈ ਸਾਡੇ ਵਰਗਿਆਂ ਰਖਾਲੂਆਂ ਨੇ ਵੀ ਭਾਈ ਕਨਈਆ ਰਲਿਆ ਦੁਸ਼ਮਣਾਂ ਦੇ ਨਾਲ। ਹਜ਼ੂਰ ਨੇ ਬੁਲਾਇਆ ਤੇ ਕਹਿਣ ਲੱਗੇ ਭਾਈ ਕਨਈਆ ਜੀ ਤੁਹਾਡਾ ਲਾਮਾ ਆਇਆ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦੇ ਹੋ। ਕਹਿਣ ਲੱਗੇ ਮਹਾਰਾਜ ਮੈਂ ਤਾਂ ਤੁਹਾਨੂੰ ਪਾਣੀ ਪਿਉਣਾ, ਦੱਸੋ ਤੁਸੀਂ ਕਿੱਥੇ? ਨਹੀਂ। ਹਜ਼ੂਰ ਨੇ ਜੱਫੀ ਪਾ ਕੇ ਆਖਿਆ ਭਾਈ ਕਨਈਆ ਤੂੰ ਸਾਨੂੰ ਪਛਾਣਿਆ, ਜੋ ਦਿਸੈ ਸੋ ਤੇਰਾ ਰੂਪ। ਜੋ ਵੀ ਦਿਸਦਾ ਨਾ ਉਹ ਤੇਰਾ ਰੂਪ ਕਰਕੇ ਜਾਣਦੇ ਹਨ। ਗੁਣ ਨਿਧਾਨ ਗੋਵਿੰਦ ਅਨੂਪ। ਉਹ ਭਾਈ ਗੁਣਾਂ ਦਾ ਖਜ਼ਾਨਾ ਹੈ, ਗਿਆਨ ਦੇ ਦੁਆਰਾ ਜਾਣਿਆ ਜਾਂਦਾ, ਉਪਮਾ ਤੋਂ ਰਹਿਤ ਹੈ। ਸਿਮਰ 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 ਜਨ ਸੋਏ। ਇਹ ਭਾਈ ਜਿਹੜੇ ਉਹਦੇ ਪਿਆਰੇ ਨੇ ਨਾ, ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਉਹਨੂੰ ਚੇਤੇ ਕਰਦੇ ਹਨ। ਨਾਨਕ ਕਰਮ ਪ੍ਰਾਪਤ ਹੋਏ। ਤੇ ਜਿਨ੍ਹਾਂ ਨੇ ਭਾਈ ਇਹ ਕਰਮ ਕੀਤੇ ਉਹਨਾਂ ਦੀ ਹੋ ਗਈ ਬਖਸ਼ਿਸ਼, ਤੇ ਬਖਸ਼ ਕੀ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਜਿਨ ਜਪਿਆ ਤਿਸ ਕੋ ਬਲਿਹਾਰ। ਜਿਨ੍ਹਾਂ ਵੀ ਗੁਰਮੁਖਾਂ ਨੇ ਪ੍ਰਮਾਤਮਾ ਦਾ ਨਾਮ ਲਿਆ ਨਾ, ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਕਿਉਂ? ਤਿਸ ਕੈ ਸੰਗ ਤਰੈ ਸੰਸਾਰ। ਕਿਉਂਕਿ ਉਹਨਾਂ ਦੀ ਸੰਗਤ ਕਰਕੇ ਸੰਸਾਰ ਤਰ ਗਿਆ। ਕਹੋ ਨਾਨਕ ਪ੍ਰਭ ਲੋਚਾ ਪੂਰ। ਅਸੀਂ ਬੇਨਤੀ ਕਰੀਏ ਵਾਹਿਗੁਰੂ ਇੱਕ ਮੇਰੀ ਵੀ ਇੱਛਾ ਪੂਰੀ ਕਰ ਦੇ। ਤੇ ਕਿਹੜੀ ਇੱਛਾ? ਸੰਤ ਜਨਾ ਕੀ ਬਾਂਛੋ ਤੂੰ। ਜਿਹੜੇ ਤੇਰੇ ਪਿਆਰੇ ਨੇ ਨਾ, ਉਹਨਾਂ ਦੀ ਕਿਤੇ ਚਰਨ ਧੂੜ ਮਿਲ ਜਾਏ ਔਰ ਉਹ ਚਰਨ ਧੂੜ ਨੂੰ ਆਪਣੇ ਮੱਥੇ ਤੇ ਲਾ ਕਰਕੇ ਮੈਂ ਆਪਣੀ ਤਕਦੀਰ ਤੇ ਤਸਵੀਰ ਬਦਲ ਲਵਾਂ। ਇਹ ਗੁਰਮੁਖੋ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਫਰਮਾਨ ਦੀ ਵਿਚਾਰ ਹੈ। ਹੁਣ ਲੜੀਵਾਰ ਰਾਮ ਕਲੀ ਰਾਗ ਵਿੱਚ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੋ ਜੀ। ਰਾਮ ਕਲੀ ਮਹੱਲਾ ਚੌਥਾ। ਘਰ ਪਹਿਲਾ
ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਪਹਿਲੇ ਕਰ ਸੁਰਤਾਲ ਵਿੱਚ ਸ਼ਬਦ ਉਚਾਰਦੇ ਨੇ, ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ, ਪਰ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗੀ। ਜੇ ਵੱਡ ਭਾਗ ਹੋਵੇ ਵੱਡ ਭਾਗੀ। ਆਪਾਂ ਆਮ ਕਰਕੇ ਜਿਹਦੇ ਕੋਲ 4 ਪੈਸੇ ਨੇ ਉਹਦੀ ਆਗਿਆਕਾਰੀ ਔਲਾਦ ਹੈ, ਕਾਰੋਬਾਰ ਚੱਲਦਾ, ਤੇ ਆਪਾਂ ਕਹਿੰਦੇ ਭਾਈ ਸਾਹਿਬ ਫਲਾਨਾ ਵੱਡੇ ਭਾਗਾਂ ਵਾਲਾ, ਬੜਾ ਸੁਖੀ ਹੈ। ਇਹ ਸਾਡੀ ਆਮ ਬੋਲੀ ਹੈ। ਲੇਕਿਨ ਗੁਰਦੇਵ ਨੂੰ ਪੁੱਛੀਏ ਵੀ ਸਤਿਗੁਰੂ ਪਾਤਸ਼ਾਹ ਵਡਭਾਗੀ ਕੌਣ ਹੈ, ਉਹ ਕਿਰਪਾ ਕਰਕੇ ਹੋਰ ਢੰਗ ਨਾਲ ਬਿਆਨ ਕਰਦੇ, ਕਹਿੰਦੇ ਜੇ ਵਡਭਾਗ ਹੋਵੇ ਵਡਭਾਗੀ, ਜਿਹੜੇ ਵੱਡੇ ਭਾਗਾਂ ਵਾਲੇ ਜੇ ਉਹਨਾਂ ਦੇ ਕਿਤੇ ਕਰਮ ਚੰਗੇ ਹੋਣ ਤਾਂ ਹਰ ਹਰ ਨਾਮ ਤੇ ਆਵੇ। ਕਹਿੰਦੇ ਭਾਈ ਉਹ ਦੁੱਖਾਂ ਦੇ ਹਾਰਕ ਹਰ ਥਾਂ ਤੇ ਵਿਆਪਕ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਹਨ। ਨਾਮ ਜਪਤ ਨਾਮੇ ਸੁਖ ਪਾਵੇ। ਨਾਮ ਨੂੰ ਜਪਣ ਕਰਕੇ ਨਾਮ ਦੇ ਦੁਆਰਾ ਉਹਨਾਂ ਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਗਈ। ਹਰ ਨਾਮੇ ਨਾਮ ਸਮਾਵੇ। ਇਸ ਪ੍ਰਕਾਰ ਪ੍ਰਮਾਤਮਾ ਦਾ ਨਾਮ ਜਪਦਿਆਂ ਪ੍ਰਮਾਤਮਾ ਵਿੱਚ ਲੀਨ ਹੋ ਗਏ। ਜਿਵੇਂ ਆਪਾਂ पढ़ते तू करता तू वा मुझ में राह न हूं, जब आपा परका मिट गया जब देखा तत तू। गुरमुख भगत करो साध प्राणी। इस करके भाई प्राणा धारी जीवो गुरु दे राही गुरु दा भय धारण करके सदैवी तौर ते उस परमात्मा दी भगती करो। हिरदय प्रगास होवे लिव लागे। और गुरमुखो तुहाडे हिरदे दे अंदर चानण हो जाएगा, तुहाडी जिहड़ी लिव है ना वो लग जाएगी, बिड़ती जुड़ जाएगी। गुरमत हर हर नाम समाणी। और गुरु दी मत दे द्वारा हरी हरी करन दे नाल उहदा नाम लैण करके ਇਹ ਜੀ ਪ੍ਰਮਾਤਮਾ ਦਾ ਰੂਪ ਹੀ ਹੋ ਗਿਆ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਹੀਰਾ ਰਤਨ ਜਵੇਹਰ ਮਾਨਕ। ਆਪਾਂ ਦੁਨੀਆ ਦੇ ਪਦਾਰਥਾਂ ਤੱਕ ਸੀਮਤਾਂ, ਫਲਾਨਾ ਹੀਰਾ ਇੰਨੇ ਦਾ ਆਇਆ, ਫਲਾਨੇ, ਇਹ ਵੱਖ-ਵੱਖ ਕਿਸਮਾਂ ਦੇ ਜਿਹੜੇ ਕੀਮਤੀ ਪੱਥਰ ਹੁੰਦੇ ਨੇ ਨਾ, ਆਪਾਂ ਆਮ ਕਰਕੇ ਗੁਰਮੁਖੋ ਪੱਥਰਾਂ ਤੱਕ ਸੀਮਤ ਆ। ਕਈਆਂ ਨੂੰ ਵੇਖਿਆ ਉਹਨਾਂ ਦੀ ਉਂਗਲੀਆਂ ਭਰੀਆਂ ਹੋਣਗੀਆਂ ਵੀ ਗਿਆਨੀ ਜੀ ਇਹ ਸ਼ਨੀ ਦਾ, ਇਹ ਮੰਗਲ ਦਾ, ਪਰ ਗੁਰਬਾਣੀ ਕਹਿੰਦੀ ਜੋ ਪਾਨ ਕੀ ਪਾਈ ਪਾਏ ਤਿਨ ਕੀ ਘਾਲ ਅਜਾਈ ਜਾਏ। ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ, ਜਿਹੜੇ ਕਹਿੰਦੇ ਪੱਥਰਾਂ ਦੀ ਪੂਜਾ ਕਰਦੇ ਉਹਨਾਂ ਦੀ ਤਾਂ ਐਵੇਂ ਚਲੀ ਗਈ। ਇੱਥੇ ਹੀਰੇ ਤੋਂ ਮੇਰਾ ਸੁਦਾ ਹੀਰਾ ਘਾਟ ਚਲੀ ਗਈ। ਹਜ਼ੂਰ ਸਾਹਿਬ ਹਿੰਦੁਸਤਾਨ ਦੇ ਬਾਦਸ਼ਾਹ ਨੇ, ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਹੀਰਾ ਭੇਟ ਕੀਤਾ। ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਸਾਰੇ ਜਾਣਦੇ ਹਾਂ। ਤੇ ਮੇਰੇ ਪਾਤਸ਼ਾਹ ਨੇ ਹੀਰਾ ਚੁੱਕ ਕੇ ਤੇ ਗੋਦਾਵਰੀ ਵੀ ਸੁੱਟ ਦਿੱਤਾ। ਬਹਾਦਰ ਸ਼ਾਹ ਦੇ ਮਨ ਵਿੱਚ ਵਿਚਾਰ ਆਇਆ ਵੀ ਗੁਰੂ ਗੋਬਿੰਦ ਸਿੰਘ ਖਾਨਦਾਨੀ ਫਕੀਰ ਹੈ ਨਾ, ਇਹਦਾ ਪਿਓ ਵੀ ਫਕੀਰ, ਇਹਦਾ ਦਾਦਾ ਵੀ ਫਕੀਰ, ਇਹਦਾ ਪੜਦਾਦਾ ਵੀ ਫਕੀਰ, ਇਹਨਾਂ ਨੂੰ ਕੀ ਪਤਾ ਵੀ ਹੀਰੇ ਕੀ ਹੁੰਦੇ ਨੇ। ਤੇ ਕਲਗੀਧਰ ਬਾਪੂ ਹੱਸ ਕੇ ਕਹਿਣ ਲੱਗੇ, ਬਹਾਦਰ ਸ਼ਾਹ ਅਸੀਂ ਤਾਂ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਹੈ, ਤੇ ਤੇਰੇ ਮਨ ਨੂੰ ਸੱਟ ਲੱਗੀ ਹੈ, ਥੋੜੀ ਜਿਹੀ ਖੇਚਲ ਕਰ, ਗੋਦਾਵਰੀ ਵਿੱਚ ਪੈਰ ਪਾ ਤੇ ਝੁੱਕ ਕੇ ਆਪਣਾ ਹੀਰਾ ਪਛਾਣ ਕੇ ਕੱਢ ਲਈ, ਤੇ ਸਾਡੇ ਹੀਰਿਆਂ ਨੂੰ ਹੱਥ ਨਾ ਲਾਈ। ਜਦੋਂ ਬਹਾਦਰ ਸ਼ਾਹ ਨੇ ਹੱਥ ਪਾਇਆ ਤੇ ਜਿੰਨੇ ਪੱਥਰ ਸਨ ਹੀਰੇ ਪ੍ਰਤੀਤ ਹੋ ਗਏ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਢਹਿ ਪਿਆ। ਕਹਿਣ ਲੱਗੇ ਬਹਾਦਰ ਸ਼ਾਹ ਪੱਥਰਾਂ ਦੇ ਨਾਲ ਜੁੜਿਆ ਹੋਇਆ, ਸਾਡੇ ਕੋਲ ਵੀ ਹੀਰਾ ਹੈ। ਉਹ ਕਿਹੜਾ ਹੀਰਾ? ਅੰਮ੍ਰਿਤ ਨਾਮ ਨਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਸਾਡੇ ਕੋਲ ਨਾਮ ਰੂਪੀ ਹੀਰਾ ਹੈ, ਜਿਹੜਾ ਕੋਈ ਚੁਰਾ ਨਹੀਂ ਸਕਦਾ, ਜਿਹੜਾ ਖੋਹ ਨਹੀਂ ਸਕਦਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹੀਰਾ ਰਤਨ ਜਵੇਰ ਮਾਨਕ ਬਹੁ ਸਾਗਰ ਭਰਪੂਰ ਕੀਆ। ਇਹ ਵੱਖ-ਵੱਖ ਕਿਸਮਾਂ ਕਿਹੜੀਆਂ ਨੇ? ਵਿਰਾਗ, ਵਿਵੇਕ, ਖਟ, ਸੰਪਤੀ ਇਤਿਆਦਿਕ ਜਿਹੜੇ ਸ਼ੁਭ ਗੁਣ ਨੇ ਨਾ, ਇਹਦੇ ਨਾਲ ਇਹ ਮਨੁੱਖ ਭਰਿਆ ਪਿਆ। ਕੌਣ? ਜਿਹੜਾ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ। ਜਿਸ ਵੱਡ ਭਾਗ ਹੋਵੇ ਵੱਡ ਮਸਤਕ। ਜਿਹਦੇ ਭਾਈ ਮੱਥੇ ਦੇ ਕਰਮ ਚੰਗੇ ਹੋਣ,
ਇਹਦਾ ਜਵਾਬ ਜੇ ਗੁਰਮੁਖੋ ਆਪਾਂ ਸਾਰੇ ਜਾਣ ਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਮੱਥਾ ਰਗੜਦੇ ਆ ਨਾ, ਇਹਦਾ ਭਾਵ ਇਹ ਜੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੇ ਪਹਿਲਾਂ ਕਰਮਾਂ 'ਚ ਨਹੀਂ ਲਿਖਿਆ ਤੇ ਹੁਣ ਕਿਰਪਾ ਕਰਕੇ ਬਾਹਰ ਦੀ ਖਿੱਚੜ ਕਰਦੇ ਥੋੜੀ ਜੀ। ਗੁਰੂ ਦੇ ਅੱਗੇ ਮੱਥਾ ਲੱਗਣ ਦਾ ਭਾਵ ਹੁੰਦਾ ਹੈ ਵੀ ਮਾੜੀਆਂ ਰੇਖਾ ਬਦਲ ਕੇ ਤੇ ਚੰਗੀਆਂ ਪਾ ਦੇ ਚੰਗੀਆਂ। ਇਤਿਹਾਸ ਹੈ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਰੋਪੜ ਦਾ ਇੱਕ ਕਾਜੀ ਆਇਆ ਗੁਰੂ ਦਰਬਾਰ 'ਚ ਤੇ ਉਹਨੇ ਜੁਰਤ ਕੀਤੀ, ਸੰਗਤੈਨ ਚੁੱਪਚਾਪ ਡੋਲ ਬੈਠੀ, ਕਹਿਣ ਲੱਗਾ ਜੀ ਗੁਸਤਾਖੀ ਕਰਨ ਲੱਗਾ। ਪਾਤਸ਼ਾਹ ਕਹਿੰਦੇ ਬੋਲ ਸਲਾਰ ਦੀਨਾ ਕੀ ਚੱਕਰ ਭਾਈ? ਕਹਿੰਦਾ ਜੀ ਮਾਈ ਭਾਈ ਵੱਡੇ ਛੋਟੇ ਆਉਂਦੇ ਨੇ, ਤੁਸੀਂ ਸਾਰਿਆਂ ਨੂੰ ਕਹਿੰਦੇ ਨਿਹਾਲ ਹੋਏ ਹੋ ਨਿਹਾਲ ਹੋਏ ਹੋ, ਤੇ ਇੱਕ ਪਾਸੇ ਤੁਸੀਂ ਕਹਿੰਦੇ ਕਰਮੀ ਆਪੋ ਆਪਣੀ, ਇਧਰ ਨਿਹਾਲ ਨਿਹਰ ਕਰੀ ਜਾਂਦੇ ਹੋ। ਉਥੇ ਗੁਰਮੁਖੋਂ ਲਿਖਿਆ ਵੀ ਜਿਹੜਾ ਭਾਈ ਜਿਹਨੂੰ ਆਪਾਂ ਅੱਜ ਕੱਲ੍ਹ ਖਜ਼ਾਨਚੀ ਕਹਿ ਦਿੰਦੇ ਆ, ਉਹਦਾ ਨਾਂ ਸੀ ਭਾਈ ਆਲਮ ਸਿੰਘ। ਕਹਿੰਦੇ ਆਲਮ ਸਿਆਂ ਮੋਹਰ ਲਿਆ, ਜਦੋਂ ਮੋਹਰ ਲਿਆਂਦੀ ਤੇ ਕਹਿਣ ਲੱਗੇ ਕਾਜੀ ਜੀ ਪੜ੍ਹ ਕੇ ਵੇਖੋ। ਕਹਿਣ ਲੱਗਾ ਜੀ ਅੱਖਰ ਪੁੱਠੇ ਨੇ, ਪੜ੍ਹੇ ਨਹੀਂ ਜਾਂਦੇ। ਜਦੋਂ ਪੈੜ ਤੇ ਲਾ ਕਰਕੇ ਮੋਹਰ ਨੂੰ ਤੇ ਕਾਗਜ਼ ਤੇ ਲਾਇਆ ਤਾਂ ਕਹਿੰਦਾ ਜੀ ਹੁਣ ਤਾਂ ਸਾਫ਼ ਪੜ੍ਹੇ ਗਏ ਨੇ। ਕਲਗੀਧਰ ਬਾਪੂ ਕਹਿਣ ਲੱਗਾ ਕਾਜੀ ਜਦੋਂ ਕੋ ਨਿਮਾਣਾ ਹੋ ਕੇ ਗੁਰੂ ਦੇ ਅੱਗੇ ਅਰਦਾਸ ਕਰਦਾ ਤੇ ਗੁਰੂ ਉਹਦੀਆਂ ਪੁੱਠੀਆਂ ਰੇਖਾ ਨੂੰ ਸਿੱਧੀਆਂ ਕਰ ਦਿੰਦਾ। ਆਪਾਂ ਜੋ ਮੱਥਾ ਰਗੜਦੇ ਆ ਨਾ, ਇਹ ਅਸੀਂ ਪੁੱਠੀਆਂ ਰੇਖਾ ਨੂੰ ਸਿੱਧੀਆਂ ਕਰਨ ਲਈ ਕਰਦੇ ਆ। ਜਿਸ ਵਡ ਭਾਗ ਹੋਵੇ ਵਡ ਮਸਤਕ, ਜਿਨ੍ਹਾਂ ਦੇ ਮੱਥੇ ਦੇ ਚੰਗੇ ਕਰਮ ਹਨ ਤਿਨ ਗੁਰਮਤ ਕੱਢ ਕੱਢ ਲੀਆ। ਕਹਿੰਦੇ ਭਾਈ ਫਿਰ ਗੁਰੂ ਦੀ ਮੱਤ ਦੇ ਦੁਆਰਾ ਜਿਹੜੀ ਉਹ ਸੰਸਾਰਾ ਕਰ ਬਿਰਤੀ ਹੈ ਨਾ, ਉਹਨਾਂ ਨੂੰ ਬ੍ਰਹਮਾ ਕਰ ਬਿਰਤੀ ਵਿੱਚ ਲੈ ਜਾਂਦਾ। ਰਤਨ ਜਵੇਹਰ ਲਾਲ ਹਰ ਨਾਮਾ। ਇੱਥੇ ਸਤਿਗੁਰੂ ਪਾਤਸ਼ਾਹ ਨੇ ਉਸ ਗੱਲ ਨੂੰ ਕਲੀਅਰ ਕੀਤਾ। ਸੋਢੀ ਸੁਲਤਾਨ ਨੇ ਕਹਿਣ ਲੱਗੇ ਗੁਰਮੁਖੋ ਵੇਖਿਆ ਜੇ ਕਿਤੇ ਨਾ ਚੱਕਰਾਂ 'ਚ ਨਾ ਪੈ ਜਾ, ਜੇ ਫਲਾਨੀ ਮੁੰਦੀ ਪਾਵਾਂ ਤੇ ਫਲਾਨੀ ਪਾ ਲਾਂ। ਰਤਨ ਦੀ ਇੰਪੋਰਟੈਂਸ ਜ਼ਿਆਦੀ ਹੈ, ਜਵਾਹਰਾਂ ਦੀ ਆਜ਼ਾਦੀ ਹੈ, ਲਾਲ ਦੀ ਆਜ਼ਾਦੀ ਹੈ। ਮੈਂ ਤਾਂ ਕੇਵਲ ਤੇ ਕੇਵਲ ਹਰੀ ਨਾਮ ਦੀ ਗੱਲ ਕਰ ਰਿਹਾ ਹਾਂ। ਗੁਰ ਕਾਢ ਤਲੀ ਦਿਖਲਾਇਆ। ਔਰ ਗੁਰੂ ਪਾਤਸ਼ਾਹ ਨੇ ਜਿਵੇਂ ਆਪਾਂ ਕਹਿੰਦੇ ਵੀ ਹਥੇਲੀ ਤੇ ਰੱਖਿਆ, ਮੇਰੇ ਗੁਰੂ ਨੇ ਮੈਨੂੰ ਸਾਖਸ਼ਾਤ ਵਿਖਾਉਣਾ ਕੀਤਾ। ਭਾਗਹੀਨ ਮਨ ਮੁਖ ਨਹੀਂ ਲੀਆ। ਪਰ ਜਿਹੜੇ ਮਨ ਦੇ ਮਗਰ ਲੱਖੇ ਨੇ, ਜਿਨ੍ਹਾਂ ਦੇ ਕਰਮ ਨਹੀਂ ਚੰਗੇ, ਜਿਨ੍ਹਾਂ ਦੇ ਕਰਮ ਮਾੜੇ ਨੇ, ਉਹਨਾਂ ਨੇ ਇਸ ਦਾਤ ਨੂੰ ਪ੍ਰਾਪਤ ਨਹੀਂ ਕੀਤਾ। ਤ੍ਰਿਣ ਓਲੇ ਲੱਖ ਛਪਾਇਆ। ਇਹ ਤਾਂ ਇਉਂ ਹੈ ਭਾਈ ਜਿਵੇਂ ਤਿੰਨ ਕਹਿੰਦੇ ਨੇ ਕੱਖ ਨੂੰ, ਜਿਵੇਂ ਇੱਕ ਕੱਖ ਦੇ ਓਲੇ ਲੱਖ ਰੁਪਈਆ ਛੁਪਿਆ ਹੋਵੇ। ਮਸਤਕ ਭਾਗ ਹੋਵੇ ਤੁਰ ਲਿਖਿਆ। ਹਾਂ, ਜਿਨ੍ਹਾਂ ਦੇ ਭਾਈ ਮੱਥੇ ਦੇ ਕਰਮ ਚੰਗੇ ਨੇ, ਜਿਨ੍ਹਾਂ ਨੂੰ ਧੁਰੋਂ ਲਿਖਿਆ ਵਾਹਿਗੁਰੂ ਨੇ, ਤਾਂ ਸਤਿਗੁਰ ਸੇਵਾ ਲਾਏ। ਉਹ ਗੁਰੂ ਪਾਤਸ਼ਾਹ ਦੀ ਸੇਵਾ 'ਚ ਲੱਗੇ। ਆਪਾਂ ਜੇ ਗੁਰਮੁਖੋ ਗੁਰਦੁਆਰੇ ਆਇਆ ਨਾ, ਤੇ ਕਿਤੇ ਇਹ ਨਾ ਆਖਿਆ ਜੀ ਆਪਾਂ ਆਇਆ ਆਪਣੇ ਤੇ ਗੁਰੂ ਨੇ ਤਰਸ ਕੀਤਾ ਤੇ ਗੁਰੂ ਆਪ ਲੈ ਕੇ ਆਇਆ ਜੀ। ਆਪਣੇ ਆਪ ਨਹੀਂ ਜੇ ਆਇਆ ਜਾਂਦਾ, ਆਪਣੇ ਆਪ ਨਹੀਂ ਜੇ ਆਇਆ ਜਾਂਦਾ। ਇਹ ਗੁਰੂ ਦਾ ਧੰਨਵਾਦ ਕਰਿਆ ਕਰੋ ਵੀ ਪਾਤਸ਼ਾਹ ਤੂੰ ਮੈਨੂੰ ਇੱਥੇ ਲੈ ਕੇ ਆਇਆ। ਹੋ ਸਕਦਾ ਸੀ ਸ਼ਰਾਬ ਦੇ ਠੇਕੇ ਤੇ ਚਲੇ ਜਾਂਦੇ, ਹੋ ਸਕਦਾ ਕਿਸੇ ਅਸੀਂ ਅਪਵਿੱਤਰ ਥਾਂ ਤੇ ਚਲੇ ਜਾਂਦੇ। ਇਹ ਵੀ ਗੁਰੂ ਨੇ ਸਾਡੇ ਤੇ ਤਰਸ ਕੀਤਾ ਹੈ, ਜਿਹੜਾ ਇੱਥੇ ਲਾਇਆ ਹੈ। ਇਹ ਮੇਰੇ ਕਹਿਣ ਤੋਂ ਭਾਵ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਦੇ ਧੁਰੋਂ ਕਰਮ ਚੰਗੇ ਨੇ ਨਾ, ਉਹ ਸਤਿਗੁਰੂ ਪਾਤਸ਼ਾਹ ਦੀ ਸੇਵਾ 'ਚ ਲੱਗੇ ਹਨ। ਜਿਵੇਂ ਆਪਾਂ ਵੇਖਦੇ ਪ੍ਰਕਰਮਾਂ 'ਚ ਸਾਡੀਆਂ ਧੀਆਂ ਭੈਣਾਂ ਕੋਈ ਝਾੜੂ ਮਾਰ ਰਿਹਾ, ਕੋਈ ਪੋਚਾ ਕਰ ਰਿਹਾ, ਕੋਈ ਗੁਰਮੁਖ ਪਿਆਰੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਨੇ। ਇਹ ਕਹਿੰਦੇ ਧੁਰੋਂ ਉਹਨਾਂ ਦੇ ਕਰਮ ਚੰਗੇ ਨੇ, ਜਿਹੜੇ ਗੁਰੂ ਦੀ ਸੇਵਾ 'ਚ ਲੱਗੇ ਹਨ। ਨਾਨਕ ਰਤਨ ਜਵੇਹਰ ਪਾਵੇ। ਫਿਰ ਉਹਨਾਂ ਨੂੰ ਕਹਿੰਦੇ ਨੇ ਕੀਮਤੀ ਰਤਨ। ਜਵੇਹਰ ਦਾ ਪਾਪਾ ਰੋਜ਼ਾਨਾ ਪੜ੍ਹਦੇ ਆ ਆਨੰਦ ਸਾਹਿਬ ਦੀ ਬਾਣੀ 'ਚ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਜਿਹੜਾ ਗੁਰੂ ਦਾ ਸ਼ਬਦ ਉਹ ਕੀਮਤੀ ਰਤਨ ਹੈ। ਨਾਨਕ ਰਤਨ ਜਵੇਹਰ ਪਾਵੇ, ਕਹਿੰਦੇ ਉਹਨਾਂ ਨੂੰ ਕੀਮਤੀ ਇਹ ਰਤਨ ਜਵਾਹਰ ਮਿਲ ਗਏ। ਧੰਨ ਧੰਨ ਗੁਰਮਤਿ ਹਰ ਪਾਏ। ਜਿਨ੍ਹਾਂ ਨੇ ਭਾਈ ਗੁਰੂ ਦੀ ਮੱਤ ਨੂੰ ਪ੍ਰਾਪਤ ਕਰ ਲਿਆ, ਉਹ ਧੰਨਤਾ ਦੇ ਯੋਗ ਨੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ। ਗੁਰੂ ਕੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ। ਤੇ ਗੁਰਮੁਖੋ ਅਸੀਂ ਕਥਾ ਕਰਦੇ ਹਾਂ, ਜਿਹੜੀ ਗਲਤੀ ਕਰ ਜਾਂਦੇ ਆ ਨਾ, ਹੁਣ ਤੁਸੀਂ ਬਹੁਤੇ ਸੁਣਨ ਵਾਲੇ ਹੋ, ਤੇ ਤੁਸੀਂ ਇਹ ਅਰਦਾਸ ਕਰਿਆ ਕਰੋ ਵੀ ਗੁਰੂ ਪਾਤਸ਼ਾਹ ਸਾਨੂੰ ਸਮੱਤ ਦੇਣ, ਸਾਡੇ ਤੋਂ ਗਾਂਹ ਗਲਤੀ ਨਾ ਹੋਵੇ।
ਆ ਕਈ ਬੰਦੇ ਕਹਿੰਦੇ ਗਿਆਨੀ ਜੀ ਆ ਗਲਤੀ ਕਰਕੇ, ਮੈਂ ਕਿਹਾ ਵੀ ਗੁਰਮੁਖਾ ਅਸੀਂ ਤਾਂ ਸਟੇਜ ਤੇ ਸਪੀਕਰ ਤੇ ਮਾਫੀ ਮੰਗ ਕੇ ਆਏ ਆ, ਤੇ ਜੇ ਤੈਨੂੰ ਤਸੱਲੀ ਨਹੀਂ ਹੋਈ ਤੇ ਦੁਬਾਰਾ ਮੰਗ ਲਾਂਗੇ। ਇਸ ਕਰਕੇ ਮੇਰੀ ਬੇਨਤੀ ਵੀ ਜਿੰਨੇ ਵੀ ਗੁਰਮੁਖ ਪਿਆਰੇ ਇੱਥੇ ਕਥਾ ਕਰਦੇ ਨੇ ਉਹ ਮਨੁੱਖ ਨੇ, ਗਲਤੀਆਂ ਸੁਭਾਵਿਕ ਨੇ। ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਜਿਹੜੀਆਂ ਅਸੀਂ ਗਲਤੀਆਂ ਕਰ ਗਏ ਆ ਉਹ ਸਾਨੂੰ ਮਾਫੀ ਦਿਓ, ਤੇ ਅੱਗੇ ਤੋਂ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ ਵੀ ਉਹ ਗਲਤੀਆਂ ਨਾ ਹੋਣ। ਇਹ ਗੁਰੂ ਕੇ ਸੰਗਤ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਹੈ। ਮਸਤਕ ਭਾਗ ਹੋਵੇ ਧੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇਹਰ ਪਾਵੈ, ਧਨ ਧਨ ਗੁਰਮਤਿ ਹਰਿ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ